ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ। ਅਸੀਂ ਦੋਨੋਂ ਮਿਲ ਕੇ ਕਰਦੇ ਹਾਂ ਕੁਝ ਇੱਕ ਖਬਰਾਂ ਦੇ ਉੱਤੇ ਚਰਚਾ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਟੂਡੀਓ ਦੇ ਵਿੱਚ ਮੇਨਟੇਨੈਂਸ ਦਾ ਕੰਮ ਚੱਲਣ ਕਰਕੇ ਅੱਜ ਅਸੀਂ ਸ਼ੋਅ ਜਿਹੜਾ ਲੇਟ ਸ਼ੁਰੂ ਕਰ ਰਹੇ ਹਾਂ। ਪਹਿਲਾ ਸ਼ੋਅ ਅਸੀਂ ਕਰ ਨਹੀਂ ਸੀ ਸਕੇ, ਲਗਾਤਾਰ ਮੇਨਟੇਨੈਂਸ ਵਰਕ ਚੱਲ ਰਿਹਾ ਸੀਗਾ। ਅਸੀਂ ਆਪਣੇ ਦਰਸ਼ਕਾਂ ਕੋਲ ਜਿਹੜੇ ਰੈਗੂਲਰ ਸਾਡੇ ਨਾਲ ਜੁੜਦੇ ਉਹਨਾਂ ਕੋਲੋਂ ਮਾਫੀ ਵੀ ਚਾਹੁੰਦੇ ਹਾਂ ਜੀ। ਦਸਾਂਝ ਸਾਹਿਬ ਤੁਹਾਡਾ ਬਹੁਤ ਸਵਾਗਤ। बहुत शुक्रिया जी, बहुत मेहरबानी हरजीत गिल जी। ते टीवी पंजाबी दुनिया के सारे दर्शकों का भी स्वागत है जी। प्यार भरी सत श्री अकाल, आदाब ते नमस्कार जी हरजीत जी। ਦਸਾਂਝ ਸਾਹਿਬ ਆਪਾਂ ਬਾਕੀ ਖਬਰਾਂ ਵੱਲ ਬਾਅਦ 'ਚ ਝਾਤੀ ਮਾਰਦੇ ਹਾਂ। ਸਭ ਤੋਂ ਪਹਿਲਾਂ ਯੂਕਰੇਨ ਰੂਸ ਜੰਗ ਜਿਹੜੀ ਆ ਉਹਦੀ ਕੋਈ ਲੇਟੈਸਟ ਅਪਡੇਟ ਜਿਹੜੀ ਤੁਹਾਡੇ ਕੋਲ ਹੈ ਉਹ ਸਾਂਝੀ ਕਰੋ, ਕਿਉਂਕਿ ਇੱਕ ਪਾਸੇ ਦਬਾਅ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਰਸ਼ੀਆ ਦਾ। ਇੱਕ ਐਟਮੀ ਬੰਬ ਦੀ ਧਮਕੀ ਵੀ ਉਹਨਾਂ ਦਿੱਤੀ ਹੋਈ ਆ ਅਤੇ ਅੱਜ ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਜਿਹੜੀ ਉਹਨਾਂ ਦੀ ਕੈਪੀਟਲ ਆ ਕੀਵ ਉਹ 'ਤੇ ਕਬਜ਼ਾ ਕਰ ਲਏਗਾ ਰਸ਼ੀਆ, ਜਿੰਨੇ ਜ਼ੋਰ ਸ਼ੋਰ ਨਾਲ ਉਹ ਕੰਮ ਕਰ ਰਿਹਾ ਸੀ। ਦੂਜੇ ਪਾਸੇ ਬੇਲਾਰੂਸ 'ਚ ਉਹਨਾਂ ਦੀ ਗੱਲਬਾਤ ਫੇਲ ਹੋ ਗਈ। ਅਤੇ ਨਾਲ ਦੀ ਨਾਲ ਜਿਹੜੀ ਧਿਆਨ ਮੰਗਣ ਵਾਲੀ ਗੱਲ ਆ ਕਿ ਕਿਸੇ ਵੀ ਤਰ੍ਹਾਂ ਯੂਕਰੇਨ ਦੀ ਲੀਡਰਸ਼ਿਪ ਨੇ ਆਪਣੇ ਹਥਿਆਰ ਨਹੀਂ ਸੁੱਟੇ। ਉਹ ਹਥਿਆਰ ਸੁੱਟਣ ਦਾ ਮੇਰਾ ਮਤਲਬ ਕਿ ਉਹਨਾਂ ਦਾ ਮੋਰਾਲ ਅੱਪ ਹੈ, ਅਤੇ ਉਲਟਾ ਇਹ ਆ ਕਿ ਉਹਨਾਂ ਨੇ ਇੱਕ ਫਾਰਮ ਭਰਤਾ, ਅਰਜੀ ਲਾਤੀ ਯੂਰਪੀਅਨ ਯੂਨੀਅਨ ਦੇ ਮੈਂਬਰ ਬਣਨ ਦੀ। ਤੁਹਾਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਬ੍ਰਿਟਿਸ਼ ਜਿਹੜਾ ਸੀਗਾ ਉਹ ਯੂਰਪੀਅਨ ਯੂਨੀਅਨ ਤੋਂ ਅਲੱਗ ਹੋ ਗਿਆ ਸੀ, 28 ਚੋਂ 27 ਰਹਿ ਗਏ ਸੀਗੇ, ਅਤੇ ਨਾਲ ਦੀ ਨਾਲ ਹੀ ਯੂਰਪੀਅਨ ਯੂਨੀਅਨ ਨੇ ਉਹਨੂੰ ਸਵੀਕਾਰ ਕਰ ਲਿਆ। ਹੁਣ ਜਿਹੜੀ ਵੱਡੀ ਉਹਨਾਂ ਨੂੰ ਮਾਰ ਪੈਣੀ ਸੀ ਆਰਥਿਕ ਮੰਦਹਾਲੀ ਵਾਲੀ, ਉਹਦੇ ਤੋਂ ਕਿਤੇ ਨਾ ਕਿਤੇ ਉਹਨਾਂ ਨੇ ਬਚਾਅ ਕਰ ਲਿਆ, ਕਿਉਂਕਿ ਹੁਣ ਯੂਰਪੀਅਨ ਯੂਨੀਅਨ ਜਿਹੜੀ ਆ ਉਹ ਸਾਰੇ ਦੇ ਸਾਰੇ ਸਾਂਝੀ ਉਹਨਾਂ ਦੀ ਇੱਕ ਕਿਸਮ ਦੀ ਇਕੋਨਮੀ ਹੋਣ ਕਰਕੇ ਇੱਕ ਦੂਜੇ ਦੀ ਹੈਲਪ ਕਰਦੇ ਆ, ਅਤੇ ਯੂਕਰੇਨ ਨੂੰ ਉਮੀਦ ਹੈ ਕਿ ਇਹ ਜੰਗ 'ਚੋਂ ਉਹ ਉੱਭਰ ਸਕੇਗਾ। ਦੇਖੋ, ਤਾਜ਼ਾ ਤਰੀਨ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ 'ਚ ਇਹ ਹੈ ਕਿ ਜਿੱਦਾਂ ਤੁਸੀਂ ਜ਼ਿਕਰ ਹੈ ਕਿ ਕਿਹਾ ਜਾ ਰਿਹਾ ਸੀ ਕਿ 64 ਕਿਲੋਮੀਟਰ ਲੰਬਾ ਕਾਫਲਾ 27 ਕਿਲੋਮੀਟਰ ਦੂਰ ਰਹਿ ਗਿਆ। 64 ਕਿਲੋਮੀਟਰ ਕਾਫਲਾ ਜਿਹਦੇ 'ਚ ਰੂਸੀ ਕਹਿ ਲਓ ਵੀ ਬਹੁਤ ਵੱਡੇ ਵੱਡੇ ਟੈਂਕਰ ਆ, ਜਾਂ ਕਹਿ ਲਓ ਵੀ ਬਹੁਤ ਕੁਝ ਹੋ ਰਿਹਾ, ਹਥਿਆਰ ਹੈ, ਫੌਜੀ ਹੈ, ਤੇ 64 ਕਿਲੋਮੀਟਰ ਲੰਬਾ ਕਾਫਲਾ ਉਹ ਹਰ ਤਰ੍ਹਾਂ ਦਾ ਹਥਿਆਰ ਉਹਨਾਂ ਦੇ ਕੋਲ ਹੈਗਾ। ਤੇ ਉਹ ਕੀਵ ਜਿਹੜੀ ਉੱਥੋਂ ਦੀ ਰਾਜਧਾਨੀ ਉਹਦੇ ਵੱਲ ਵੱਧ ਰਿਹਾ ਸੀ। ਕੱਲ ਜਦੋਂ ਅੱਜ ਤੋਂ 12-14 ਘੰਟੇ ਪਹਿਲਾਂ ਦੀ ਖਬਰ ਹੈ, ਉਦੋਂ 27 ਕਿਲੋਮੀਟਰ ਦੱਸਿਆ ਜਾ ਰਿਹਾ ਸੀ ਪਿੱਛੇ ਹੈ ਰਾਜਧਾਨੀ ਕੀਵ ਤੋਂ। ਹੁਣ ਬਿਲਕੁਲ ਤਾਜ਼ਾ ਤਰੀਨ ਖਬਰ ਆਈ ਹੈ ਕਿ ਉਹ ਬਿਲਕੁਲ ਬਰੂਆਂ ਤੇ ਪਹੁੰਚ ਗਿਆ ਕਾਫਲਾ, ਤੇ ਲਗਾਤਾਰ ਬੰਬਾਰਿੰਗ ਜਿਹੜੀ ਜਾਰੀ ਹੈ, ਤੇ ਕੀਵ ਰਾਜਧਾਨੀ ਦੇ ਵਿੱਚ ਟੀਵੀ ਟਾਵਰ ਜਿਹੜਾ ਆ ਉਹਦੇ ਤੇ ਮਿਜ਼ਾਈਲੀ ਹਮਲਾ ਕੀਤਾ ਗਿਆ, ਤੇ ਜਿਹਦੇ ਚ 5 ਲੋਕ ਮਾਰੇ ਗਏ ਨੇ, ਜੋ ਤਾਜ਼ਾ ਖਬਰ ਆ ਰਹੀ ਹੈ। ਤੇ ਕਿਹਾ ਜਾ ਰਿਹਾ ਹੈ ਕਿ ਬੜੀ ਛੇਤੀ ਕਬਜ਼ਾ ਰਾਜਧਾਨੀ ਤੇ ਹੋ, ਪਰ ਯੂਕਰੇਨੀ ਵੀ ਜਿਹੜੇ ਆਪਣੇ ਆਪਣੇ ਤਰੀਕੇ ਦੇ ਨਾਲ, ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ ਹੈ, ਤੇ ਆਖਰੀ ਦਮ ਤੱਕ ਲੜਨ ਦਾ ਦਮ ਭਰ ਰਹੇ ਹੈ। ਇਨ ਬਿਟਵੀਨ ਜਿਹੜੀ ਭਾਰਤ ਲਈ ਬੁਰੀ ਖਬਰ ਆਈ ਉਹ ਖਰਕੀਵ ਸ਼ਹਿਰ ਆ, ਯੂਕਰੇਨ ਦਾ ਦੂਜਾ ਵੱਡਾ ਸ਼ਹਿਰ ਜਿਹੜਾ ਖਰਕੀਵ, ਉੱਥੋਂ ਇੱਕ ਵਿਦਿਆਰਥੀ ਕਰਨਾਟਕਾ ਦਾ ਬੰਕਰ ਚੋਂ ਨਿਕਲਸ਼ਨ ਲੈਣ ਗਿਆ, ਤੇ ਰਾਸ਼ਨ ਦੀ ਕਤਾਰ ਤੇ ਜਿਹੜੀਆਂ ਫਾਇਰਿੰਗਸ ਜਿਹੜੀਆਂ ਕੀਤੀਆਂ ਗਈਆਂ ਰੂਸੀ ਫੌਜ ਵੱਲੋਂ ਦੱਸਿਆ ਗਿਆ, ਜਿਹਦੇ ਚੋਂ ਕਰਨਾਟਕਾ ਦਾ ਵਿਦਿਆਰਥੀ ਨਵੀਨ ਕੁਮਾਰ 21 ਸਾਲ ਦਾ ਉਹਦੀ ਮੌਤ ਹੋ ਗਈ, ਜਿਹਦੇ ਕਰਕੇ ਜਿਹੜੇ ਬਾਕੀ ਜਿਹੜੇ ਉੱਥੇ ਲੋਕ ਹੈਗੇ ਆ ਇੰਡੀਅਨਸ ਖਾਸ ਤੌਰ ਦੇ ਉੱਤੇ ਜਾਂ ਵਿਦਿਆਰਥੀ, ਡਰ ਭੈ ਦਾ ਇੱਕ ਮਾਹੌਲ ਜਿਹੜਾ ਹੋਰ ਜ਼ਿਆਦਾ ਬਣ ਗਿਆ। ਸਰਕਾਰ ਵੱਲੋਂ ਆਪਣੇ ਤੌਰ ਤੇ ਯਤਨ ਕੀਤੇ ਜਾ ਰਹੇ ਆ। ਕਿਹਾ ਜਾ ਰਿਹਾ ਹੈ ਕਿ ਉਹ ਟਰਾਂਸਪੋਰਟ ਜਹਾਜ਼ ਭੇਜ ਰਹੇ ਨੇ ਅੱਜ, ਜਿਹਦੇ ਚ ਜ਼ਿਆਦਾ ਵਿਦਿਆਰਥੀ ਆ ਸਕਣਗੇ, ਪਰ ਫਿਰ ਵੀ ਜਿੱਦਾਂ ਦੇ ਯਤਨ ਹੋਣੇ ਚਾਹੀਦੇ ਸੀ ਸ਼ੁਰੂਆਤ ਦੇ ਵਿੱਚ ਉਹ ਗੱਲ ਗੌਲੀ ਨਹੀਂ ਗਈ, ਤੇ ਜਿਹਦੇ ਕਰਕੇ ਇਸ ਵਕਤ ਭਾਰਤ ਦੇ ਜਿਹੜੇ ਨਾਗਰਿਕ ਉੱਥੇ ਆ ਜਾਂ ਖਾਸ ਤੌਰ ਤੇ ਵਿਦਿਆਰਥੀ, ਉਹਨਾਂ ਦੇ ਪੇਰੈਂਟਸ ਜਿਹੜੇ ਆ ਜਾਂ ਜਿਹੜੇ ਰਿਸ਼ਤੇਦਾਰ ਆ ਉਹ ਚਿੰਤਾ 'ਚ ਤਾਂ ਹੈ। ਨਾਲ ਦੀ ਨਾਲ ਸਰਕਾਰ ਦੀ ਜਿਹੜੀ ਨਾਅਹਿਲੀਅਤ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਜਿਹੜੀ ਆ ਰਹੀ ਹੈ। ਬਾਕੀ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਡਾਇਲੋਗ ਵੀ ਚੱਲ ਰਿਹਾ ਸੀ, 3 ਘੰਟੇ ਚੱਲਿਆ 2 ਦਿਨ ਪਹਿਲਾਂ, ਉਹਦੀ ਕੰਟੀਨਿਊਟੀ ਹੋ ਸਕਦੀ ਹੈ, ਪਰ ਜਦੋਂ ਡਾਇਲੋਗ ਚੱਲ ਰਿਹਾ ਸੀ ਉਦੋਂ ਹੀ ਕਿਹਾ ਜਾ ਰਿਹਾ ਸੀ ਕਿ ਐਟਮੀ ਯੂਨਿਟਸ ਜਿਹੜੇ ਆ ਉਹਨਾਂ ਨੂੰ ਅਲਰਟ ਕਰ ਦਿੱਤਾ ਰੂਸ ਨੇ, ਜੇ ਐਟਮੀ ਹਮਲਾ ਵੀ ਕੀਤਾ ਜਾ ਸਕਦਾ। ਕੋਈ ਏਦਾਂ ਦੀਆਂ ਗੱਲਾਂ ਵੀ ਆ ਰਹੀਆਂ। ਮੈਨੂੰ ਤੋਂ ਖਬਰ ਆ ਰਹੀ ਹੈ ਕਿ ਰੂਸ ਨੂੰ ਉੱਥੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਬੋਲਣ ਲੱਗੇ ਸੀ ਸਰਗੇਈ ਸਾਹਿਬ,
ਤਾਂ 100 ਦੇ ਕਰੀਬ ਡਿਪਲੋਮੈਟਸ ਜਿਹੜੇ ਉੱਠ ਕੇ ਬਾਈਕਾਟ ਕਰਕੇ ਉਹਨਾਂ ਦੇ ਭਾਸ਼ਣ ਦਾ ਚਲੇ ਗਏ ਆ। ਸੋ ਸਾਰੀ ਦੁਨੀਆ ਦੇ ਵਿੱਚ ਆਪਣੇ ਆਪਣੇ ਢੰਗ ਦੇ ਨਾਲ ਕੋਈ ਕਿੱਧਰ ਹੈ ਕੋਈ ਕਿੱਧਰ ਹੈ, ਵੱਖਰੀ ਗੱਲ ਹੈ। ਪਰ ਜਦੋਂ ਐਟਮੀ ਜੰਗ ਦੀ ਗੱਲ ਆਈ ਹੈ ਵੀ ਐਟਮੀ ਹਥਿਆਰਾਂ ਦੀ ਵਰਤੋਂ ਵੀ ਹੋ ਸਕਦੀ ਹੈ, ਤੇ ਉਸ ਤੋਂ ਬਾਅਦ ਰੂਸ ਦੇ ਖਿਲਾਫ ਰੂਸ ਜਿਹੜਾ ਵਧਿਆ। ਪਰ ਚੀਨ ਨੇ ਇਹ ਗੱਲ ਕਹੀ ਹੈ ਕਿ ਰੂਸ ਨੇ ਕੋਈ ਘੁਸਪੈਠ ਨਹੀਂ ਕੀਤੀ, ਗਲਤ ਨਾ ਸਮਝਿਆ ਜਾਏ। ਚੀਨ ਯਾਨੀ ਰੂਸ ਦੇ ਹੱਕ 'ਚ ਦਿਖਾਈ ਦੇ ਰਿਹਾ ਹਾਲੇ ਵੀ, ਤੇ ਭਾਰਤ ਦੀ ਕੋਈ ਕਿਸੇ ਕਿਸਮ ਦੀ ਕੋਈ ਸਹੀ ਕਿਸਮ ਦੀ ਅਪਰੋਚ ਜਿਹੜੀ ਹੈ ਇਹ ਸਾਰੇ ਮਸਲੇ ਦਿਖਾਈ ਦੇ ਰਹੇ ਜੀ। ਅੱਛਾ, ਜਿੱਥੋਂ ਤੱਕ ਯੁੱਧ ਦਾ ਸਵਾਲ ਹੈ, ਇਹ ਯੁੱਧ ਨੇ ਦੁਨੀਆ ਭਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਫੈਕਟ ਕਰਨਾ ਹੈ। ਜਿਹੜੀ ਇਕੋਨਮੀ ਆ ਉਹ ਤਾਂ ਜੇ ਰੂਸ ਇਕੱਲੇ ਦੀ ਜਾਂ ਇਕੱਲੇ ਯੂਕਰੇਨ ਦੀ ਤੇ ਤਬਾਹ ਹੋਣੀ ਆ, ਬਾਕੀ ਜਿਹੜਾ ਮੁਲਕ ਆ, ਕਿਉਂਕਿ ਜਿਹੜਾ ਸਾਰਾ ਦੁਨੀਆ ਉਹ ਇੱਕ ਦੂਜੇ ਨਾਲ ਜੁੜੀ ਹੋਈ ਆ, ਭਾਰਤ ਉੱਤੇ ਇਹਦਾ ਕਿੰਨਾ ਕੁ ਅਸਰ ਪੈ ਸਕਦਾ ਆ? ਪੈਟਰੋਲੀਅਮ ਪ੍ਰੋਡਕਟ ਨੂੰ ਛੱਡ ਕੇ ਬਾਕੀ ਚੀਜ਼ਾਂ ਤੇ ਕਿੰਨਾ ਕੁ, ਮਹਿੰਗਾਈ ਤੇ ਹੋਰ ਚੀਜ਼ਾਂ ਤੇ ਕਿੰਨਾ ਕੁ ਅਸਰ ਹੋ ਸਕਦਾ ਉਹਦਾ? ਦੇਖੋ, ਭਾਰਤ ਦੇ ਉੱਤੇ ਤਾਂ ਅਸਰ ਪਏਗਾ। ਰੂਸ ਤੋਂ ਜਦੋਂ ਪੈਟਰੋਲੀਅਮ ਪਦਾਰਥਾਂ ਨੂੰ ਛੱਡ ਵੀ ਦਈਏ, ਕੁਦਰਤੀ ਗੈਸ ਨੂੰ ਛੱਡ ਦਈਏ, ਬਾਕੀ ਵੀ ਬਹੁਤ ਸਾਰਾ ਲੈਣ ਦੇਣ ਰੂਸ ਦੇ ਨਾਲ ਹੈ, ਯੂਕਰੇਨ ਦੇ ਨਾਲ ਵੀ ਹੈ। ਤੇ ਸੋ ਜਿਹੜਾ ਆਦਾਨ ਪ੍ਰਦਾਨ ਤਾਂ ਰੁਕੇਗਾ, ਨੁਕਸਾਨ ਤਾਂ ਹੈ। ਪਰ ਜਿਹੜੀ ਇਹਦੇ 'ਚ ਇੱਕ ਹੋਰ ਗੱਲ ਹੈ, ਮੈਂ ਸਮਝਦਾ ਕਿ ਸਰਕਾਰਾਂ ਨੂੰ ਤਾਂ ਬਹਾਨੇ ਚਾਹੀਦੇ ਹੁੰਦੇ ਆ। ਹਾਲੇ ਤਾਂ ਵੋਟਾਂ ਦੇ ਨਤੀਜੇ 10 ਤਰੀਕ ਨੂੰ ਆਉਣੇ, ਉਸ ਤੋਂ ਬਾਅਦ ਦੇਖੋ ਕੀ ਕੁਝ ਬਣਨਾ ਹੈ। ਮਤਲਬ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਤੁਰੰਤ 15 ਤੋਂ 20 ਰੁਪਏ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਣੀ ਹੈ, ਕਿਉਂਕਿ ਓਵਰਆਲ ਜਿਹੜਾ ਹੁਣ ਬਹਾਨਾ ਮਿਲ ਜਾਣਾ, ਡਾਲਰ ਤੱਕ ਚਲਾ ਗਿਆ ਕੱਚਾ ਤੇਲ, ਤੇ ਬਹਾਨਾ ਹੋਰ ਜ਼ਿਆਦਾ ਪ੍ਰਚੰਡ ਹੋ ਗਿਆ ਇਹਨਾਂ ਦਾ। ਤੇ ਜਿਹੜਾ ਥੋੜੀ ਜਿਹੀ ਰਾਹਤ ਮਿਲੀ ਸੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ, ਉਹ ਰਾਹਤ ਜਿੰਨੀ ਕੁ ਸੀਗੀ ਉਹਦੇ ਨੂੰ ਦੁੱਗਣਾ ਭਾਰ ਨਵਾਂ ਪਾ ਦੇਣਾ। ਅੱਜ ਹੀ ਖਬਰ ਹੈ ਬਈ ਜਿਹੜੀਆਂ ਦੁੱਧ ਦੀਆਂ ਕੀਮਤਾਂ ਆ 2 ਰੁਪਏ ਪਰ ਲੀਟਰ ਵਧਾ ਦਿੱਤੀਆਂ ਗਈਆਂ। ਦੁੱਧ ਦੀਆਂ ਕੰਪਨੀਆਂ ਆ, ਅਮੂਲ ਹੈ ਜਾਂ ਪਰਗ ਹੈ ਤੇ ਪ੍ਰਾਗ ਤੇ ਜਿਹੜਾ ਪੰਜਾਬ ਵਾਲੀ ਵੀ ਵੇਰਕਾ, ਇਹਨਾਂ ਸਾਰਿਆਂ ਨੇ 2 ਰੁਪਏ ਪਰ ਕੇਜੀ ਜਿਹੜਾ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਜਿਹੜੀ ਰਸੋਈ ਦਾ ਕਾਫੀਆ ਹੋਰ ਤੰਗ ਕਰ ਦਿੱਤਾ ਗਿਆ, 40 ਰੁਪਏ ਤੋਂ 50 ਰੁਪਏ ਪਰ ਲੀਟਰ ਹੋ ਗਿਆ। ਬਾਕੀ ਥਾਵਾਂ ਤੇ ਵੀ ਇਹਦਾ ਅਸਰ ਰਹੇਗਾ। ਇੱਕ ਤਾਂ ਇਹ ਵੀ ਐਕਸਪੋਰਟ ਇੰਪੋਰਟ ਤੇ ਬਹੁਤ ਬੁਰਾ ਅਸਰ ਪੈਣਾ, ਉਹਦੇ ਨਾਲ ਇਕੋਨਮੀ ਦੇ ਉੱਤੇ ਵੀ ਬੁਰਾ ਅਸਰ ਪਏਗਾ। ਦੂਜਾ ਵੀ ਇਹਦੇ ਬਹਾਨੇ ਦੇ ਨਾਲ ਜਿਹੜਾ ਆ ਲੋਕਾਂ ਦੇ ਉੱਤੇ ਨਵੇਂ ਭਾਰ ਪੈਣੇ ਆ। 10 ਮਾਰਚ ਦੇ ਨਤੀਜਿਆਂ ਤੋਂ ਬਾਅਦ ਇਦਾਂ ਦਾ ਮਾਹੌਲ ਬਣੇਗਾ ਜੀ। ਦੋਸਾਂਝ ਸਾਹਿਬ, ਜਿਹੜੇ ਵਿਦਿਆਰਥੀ ਉੱਥੇ ਫਸੇ ਹੋਏ ਆ, ਸਰਕਾਰੀ ਜਿਹੜੀ ਐਡਵਾਈਜ਼ਰੀ ਬਾਰ-ਬਾਰ ਅਜੀਬੋ-ਗਰੀਬ ਸਥਿਤੀ ਬਣੀ ਹੋਈ ਆ। ਕਦੀ ਕਹਿੰਦੇ ਆ ਸਟੇਸ਼ਨ ਤੇ ਚੱਲ ਜਾਓ, ਕੱਲ ਆਪਾਂ ਡਿਸਕਸ ਕੀਤਾ ਸੀਗਾ। ਹੁਣ ਜਿਹੜੀ ਲਾਸਟ ਐਡਵਾਈਜ਼ਰੀ ਆਈ ਆ ਕਿ ਲੋਕਾਂ ਨੂੰ ਕਿਹਾ ਗਿਆ, ਭਾਰਤੀਆਂ ਨੂੰ, ਕਿ ਇਮੀਡੀਏਟਲੀ ਕੀਵ ਖਾਲੀ ਕਰਕੇ ਇੱਥੋਂ ਨਿਕਲ ਜਾਓ। ਉਹ ਨਿਕਲ ਕੇ ਕਿੱਦਾਂ ਜਾਣ ਤੇ ਕਿੱਥੇ ਜਾਣ? ਇਹ ਪ੍ਰਬੰਧ ਤੇ ਐਮਬੈਸੀ ਨੇ, ਸਰਕਾਰਾਂ ਨੇ ਕਰਨੇ ਹੁੰਦੇ ਆ, ਆਪਣੇ ਲੋਕਾਂ ਨੂੰ ਬਚਾਉਣਾ ਹੁੰਦਾ। ਤੇ ਇਹ ਐਡਵਾਈਜ਼ਰੀ ਦੇਣੀ ਕਿ ਇੱਥੋਂ ਨਿਕਲ ਜਾਓ, ਤੇ ਨਿਕਲ ਕਿੱਦਾਂ ਜਾਣ ਤੇ ਕਿੱਥੇ ਜਾਣ ਨਿਕਲ ਕੇ? ਬੜਾ ਭੰਬਲ-ਭੂਸਾ ਬਣਿਆ ਹੋਇਆ। ਮਤਲਬ ਸਰਕਾਰ ਦੀ ਇਹ ਰਿਸਪੌਂਸਿਬਿਲਿਟੀ ਨਹੀਂ ਬਣਦੀ ਕਿ ਕਿਸੇ ਵੀ ਤਰੀਕੇ ਨਾਲ ਉਹ ਜਿਹੜਾ ਆ ਉਹ ਆਪਣੇ ਲੋਕਾਂ ਨੂੰ ਉੱਥੋਂ ਸੇਫ ਬਾਹਰ ਕੱਢਣ ਦਾ ਜਿਹੜਾ ਉਪਰਾਲਾ ਕਰੇ। ਦੂਜੇ ਪਾਸੇ ਕਿਹਾ ਜਾ ਰਿਹਾ ਕਿ ਹੁਣ ਆਪਣਾ ਆਰਮੀ ਨੂੰ ਹਦਾਇਤ ਦੇ ਦਿੱਤੀ ਗਈ ਆ ਕਿ ਜਿਹੜੇ ਸਾਡੇ ਫਾਈਟਰ ਜੈਟ ਨੇ, ਵੱਡੇ ਜਹਾਜ਼ ਨੇ, ਜਿਹੜੇ ਆਪਣੇ C-16 ਸ਼ਾਇਦ ਉਹਨਾਂ ਦਾ ਨਾਂ ਆ, ਉਹ ਲਗਾਤਾਰ ਹੁਣ ਉੱਥੋਂ ਵਿਦਿਆਰਥੀਆਂ ਨੂੰ ਕੱਢਣ ਲਈ ਜਿਹੜੇ ਉਹ ਆਪਣੀਆਂ ਉਡਾਨਾਂ ਭਰਨੀਆਂ ਸ਼ੁਰੂ ਕਰਨਗੇ ਜੀ। ਦੇਖੋ, 2-3 ਗੱਲਾਂ ਜਿਹੜੀਆਂ ਪਿੱਛੇ ਥੋੜਾ ਜਿਹਾ ਜਾਣਾ ਪਊਗਾ। ਨੰਬਰ 1 ਤਾਂ ਗੱਲ ਇਹ ਹੈ ਕਿ ਇੱਕ ਹੈਗਾ ਓਵਰਸੀਜ਼ ਵਾਸਤੇ ਜਿਹੜਾ ਆ ਇੰਟਰਨੈਸ਼ਨਲ ਫੰਡ ਹੈ, ਉਹ ਮਤਲਬ ਇਸੇ ਕੰਮ ਲਈ ਆ ਵੀ ਜਦੋਂ ਕੋਈ ਸੰਕਟ ਆਵੇ, ਖਾਸ ਤੌਰ ਦੇ ਉੱਤੇ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਵਾਸਤੇ ਜਾਂ ਸਟੂਡੈਂਟਸ ਵਾਸਤੇ ਸਪੈਸ਼ਲੀ। ਉਹਦਾ ਨਾਮ ਹੈ ਭੁੱਲ ਰਿਹਾ ਫੰਡ ਦਾ, ਤੇ ਕੱਲ ਮੈਂ ਪੜ੍ਹਿਆ ਸੀ ਉਹਦੇ 'ਚ 474 ਕਰੋੜ ਰੁਪਏ ਪਏ ਆ। 474 ਕਰੋੜ ਰੁਪਏ। ਉਹਦੇ ਚੋਂ ਸ਼ੁਰੂ 'ਚ 40 ਕਰੋੜ ਰੁਪਏ ਖਰਚੇ, ਕਹਿ ਕੇ ਕਿ 3 ਜਹਾਜ਼ ਅਸੀਂ ਭੇਜਦੇ ਹਾਂ ਜੀ ਜਿਹੜੇ ਵਿਦਿਆਰਥੀਆਂ ਨੂੰ ਉੱਥੋਂ ਲੈ ਕੇ ਆਉਣਗੇ। ਮਤਲਬ 3 ਜਹਾਜ਼, ਤੁਸੀਂ ਔਸਤਨ ਜਿਹੜੇ ਜਹਾਜ਼ ਆ ਰਹੇ ਆ, ਸਾਡੇ 8ਵੀਂ ਫਲਾਈਟ ਆ ਗਈ, 200 ਤੋਂ ਜ਼ਿਆਦਾ, 250 ਦੇ ਵਿੱਚ ਜਾਣੀ 200 ਤੋਂ 250 ਸਟੂਡੈਂਟਸ ਜਿਹੜੇ ਆ ਉਹ ਲਿਆ ਰਹੇ ਆ ਜਹਾਜ਼। ਉਹ ਜੇ 3 ਜਹਾਜ਼ ਤੇ 40 ਕਰੋੜ ਰੁਪਏ ਕਹਿੰਦੇ ਅਸੀਂ ਲਾਤਾ ਜੀ 400 ਕਰੋੜ ਦੇ ਵਿੱਚੋਂ, ਤੇ 3 ਜਹਾਜ਼ 'ਚ ਵੱਧ ਤੋਂ ਵੱਧ 700 ਵਿਦਿਆਰਥੀ ਆ ਸਕਦਾ ਹੈ ਨਾ। ਪਰ ਜਿਹੜੀ ਇਸ ਤੋਂ ਵੀ ਅਗਲੀ ਗੱਲ ਹੈ ਉਹ ਇਹ ਹੈ ਕਿ ਜਦੋਂ 5 ਜਨਵਰੀ ਦੀ ਫਿਰੋਜ਼ਪੁਰ ਵਾਲੀ ਰੈਲੀ ਫੇਲ ਹੁੰਦੀ ਹੈ ਨਰਿੰਦਰ ਮੋਦੀ ਦੀ, ਉਸ ਤੋਂ ਬਾਅਦ ਜਦੋਂ ਕਹਿੰਦੇ ਆ
ਵੀ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਜੀ, ਮੈਂ ਬਹੁਤ ਧੰਨਵਾਦ ਕਹਿ ਦਿਓ, ਮੈਂ ਇੱਥੋਂ ਆਪਣੀ ਜਾਨ ਬਚਾ ਕੇ ਜਾ ਰਿਹਾ। ਉਦੋਂ ਹੀ ਅਪੀਲਾਂ ਦਰ ਅਪੀਲਾਂ, ਟਵੀਟ ਦਰ ਟਵੀਟ ਕਰਕੇ ਇੰਡੀਅਨ ਸਟੂਡੈਂਟਸ ਜਿਹੜੇ ਆ ਉਹ ਕਰ ਰਹੇ ਸੀ ਕਿ ਸਾਨੂੰ ਬਚਾ ਲਓ, ਇੱਥੇ ਜੰਗ ਲੱਗਣ ਵਾਲੀ ਆ, ਸਾਨੂੰ ਬਚਾ ਲਓ। ਉਦੋਂ ਕਿਸੇ ਕਿਸਮ ਦਾ ਧਿਆਨ ਨਹੀਂ ਦਿੱਤਾ ਗਿਆ, ਇਲੈਕਸ਼ਨ ਵੱਲ ਹੀ ਧਿਆਨ ਦਿੱਤਾ ਗਿਆ, ਰੈਲੀ ਨੂੰ ਇਸ਼ੂ ਬਣਾ ਲਿਆ ਗਿਆ, ਆਪਣੀ ਜਾਨ ਨੂੰ ਖਤਰਾ ਦੱਸਿਆ ਗਿਆ। ਤੇ 20,000 ਜਿਹੜੇ ਵਿਦਿਆਰਥੀ ਜਾਂ ਜਿਹੜੇ ਭਾਰਤੀ ਨਾਗਰਿਕ ਉੱਥੇ ਜਿਹੜੇ ਗੁਹਾਰ ਕਰ ਰਹੇ ਸੀ, ਤਰਲੇ ਕੱਢ ਰਹੇ ਸੀ ਵੀ ਸਾਨੂੰ ਬਚਾ ਲਓ, ਉਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀ। 474 ਕਰੋੜ ਰੁਪਏ ਦਾ ਫੰਡ ਵੀ ਕੋਲ ਸੀਗਾ ਇਸ ਕੰਮ ਵਾਸਤੇ। ਤੇ ਇਹ ਉਹਦੇ ਅਮਿਤ ਸ਼ਾਹ ਜਾਂ ਭਾਰਤ ਦੀ ਸਾਰੀ ਸਰਕਾਰ ਜਿਹੜੀ ਹੈ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਲੈਕਸ਼ਨ ਕੰਪੇਨ ਹੈ ਉੱਤਰਾਖੰਡ ਤੋਂ ਲੈ ਕੇ ਯੂਪੀ, ਗੋਆ, ਪੰਜਾਬ ਤੱਕ ਉਹਦੇ ਚ ਰੁੱਝੇ ਹੋਏ ਸੀ। ਸੋ ਇਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਤੁਹਾਡੀਆਂ ਜਿਹੜੀਆਂ ਪ੍ਰਾਇੋਰਟੀਜ਼ ਕੀ ਹੈਗੀਆਂ, ਤੁਹਾਡੀਆਂ ਤਰਜੀਹਾਂ ਕੀ ਹੈ। ਹੁਣ ਜਦੋਂ ਫਸ ਗਿਆ ਸਾਰਾ ਕੁਝ, ਤੇ ਹੁਣ ਇੱਕ ਦਿਨ ਦੇ ਵਿੱਚ ਦੋ ਤੁਸੀਂ ਮੀਟਿੰਗਾਂ ਕਰੀ ਜਾਓ, ਚਾਹੇ C-18 ਭੇਜੀ ਜਾਓ। ਮਤਲਬ C-18 ਜਹਾਜ਼ ਤੁਸੀਂ ਭੇਜੋਗੇ, ਟਰਾਂਸਪੋਰਟ ਜਹਾਜ਼ ਆ ਉਹ, ਠੀਕ ਹੈ, ਕੋਈ ਜ਼ਿਆਦਾ ਲੋਕ ਆ ਜਾਣਗੇ, ਪਰ ਉੱਥੇ ਤੱਕ ਉਹ 18 ਤੱਕ ਪਹੁੰਚਣਗੇ ਕਿੱਦਾਂ ਵਿਦਿਆਰਥੀ? ਤੁਸੀਂ ਕਹੀਏ ਨਾ ਕੀਵ ਖਾਲੀ ਕਰ ਦਿਓ, ਕੀਵ ਖਾਲੀ ਕਰ ਦਿਓ, ਪ੍ਰਬੰਧ ਕੀ ਹੈ? ਪ੍ਰਬੰਧ ਕੋਈ ਨਹੀਂ ਹੈ। ਲੋੜ ਤਾਂ ਇਸ ਗੱਲ ਦੀ ਸੀਗੀ ਵੀ ਠੀਕ ਆ ਵੀ ਤੁਸੀਂ ਇਹ ਜਿਹੜੇ ਐਫਰਟਸ ਜਿਹੜੇ ਆ ਜਹਾਜ਼ ਦੀ, ਜਿੱਥੋਂ ਵੱਖ-ਵੱਖ ਮੁਲਕਾਂ ਜਿਹੜੇ ਪਹੁੰਚ ਗਏ ਨੇ ਵਿਦਿਆਰਥੀ, ਬੁਖਾਰੈਸਟ ਪਹੁੰਚ ਗਏ, ਬੁਡਾਪੈਸਟ ਪਹੁੰਚ ਗਈ, ਤੇ ਉੱਥੋਂ ਜਿਹੜੇ ਵਿਦਿਆਰਥੀ ਆ ਰਹੇ, ਠੀਕ ਹੈ, ਪਰ ਜਿਹੜੇ ਉੱਥੇ ਅੰਦਰ ਫਸੇ ਹੋਏ ਆ ਉਹਨਾਂ ਨੂੰ ਕੱਢ ਵੱਖਰੇ ਵੱਖਰੇ ਨਾਲ ਦੇ ਮੁਲਕਾਂ 'ਚ ਕਿੱਦਾਂ ਲੈ ਕੇ ਆਉਣਾ, ਇਹਦਾ ਪ੍ਰਬੰਧ ਤੁਸੀਂ ਕਰਦੇ? ਉਹ ਪ੍ਰਬੰਧ ਕੋਈ ਹੈ ਨਹੀਂ। ਕੀ ਛੱਡ ਦੋ ਤੋਂ ਕਿਹਾ ਜਾ ਰਿਹਾ, ਜੇ ਇੱਕ ਬੱਚਾ ਮਤਲਬ ਰਾਸ਼ਨ ਲੈਣ ਲਈ ਬਾਹਰ ਨਿਕਲਿਆ ਤਾਂ ਤੁਸੀਂ ਸ਼ਿਕਾਰ ਹੋ ਗਿਆ, ਮਾਰਿਆ ਗਿਆ, ਤੁਸੀਂ ਕਹਿੰਦੇ ਕੀਵ ਛੱਡ ਦੋ। ਉਹ ਕੀਵ ਛੱਡ ਕੇ ਜਾਣ ਕਿੱਥੇ? ਕਿਸੇ ਹੁਣ ਜਾਂ ਜਿਨ੍ਹਾਂ ਦੇ ਕੋਈ ਆਪਣੇ ਐਫਰਟਸ ਹੈਗੇ ਆ। ਹੁਣੇ ਆਪਣੀ ਦੋਸਤ ਅੰਜੂ ਆਪਣੀ ਫਰਾਂਸ ਤੋਂ, ਉਹਨਾਂ ਦਾ ਰਾਤੀ ਫੋਨ ਵੀ ਆਇਆ ਸੀ, ਉਹਨਾਂ ਦਾ ਭਾਣਜਾ ਵੀ ਉੱਥੇ ਤੇ ਦੋ ਬੱਚੇ ਹੋਰ ਫਸੇ ਹੋਏ ਸੀ। ਉਹਨਾਂ ਨੇ ਆਪਣੇ ਐਫਰਟਸ ਕੀਤੇ ਆ। ਉੱਥੇ ਪੋਲੈਂਡ ਦੀ ਕੋਈ ਦੋਸਤ ਉਹਨਾਂ ਦੀ ਹੈ, ਰੂਜ਼, ਸ਼ਾਇਦ ਰੋਜ਼, ਉਹ ਜਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਰਡਰ ਤੇ ਜਾ ਕੇ ਉਹ ਬੱਚਿਆਂ ਨੂੰ ਕੱਢ ਕੇ ਲੈ ਕੇ ਆਈ ਹੈ। ਮਤਲਬ ਏਦਾਂ ਦੇ ਕੋਈ ਐਫਰਟਸ ਜਿਹੜੇ ਆਪਣੇ ਆਪਣੇ ਜਿਨ੍ਹਾਂ ਨੇ ਕਰਦੇ। ਸਰਕਾਰ ਕਿੱਥੇ ਹੈ? ਸਰਕਾਰ ਦੇ ਐਫਰਟਸ ਕਿੱਥੇ ਹੈ? ਸੋ ਕਿਤੇ ਨਹੀਂ ਆ। ਇੱਕ ਹੀ ਹੋਰ ਸਾਡੀ ਸ਼ਾਇਰਾ ਰਾਜਵਿੰਦਰ ਕੌਰ ਜਟਾਣਾ, ਉਹਦੀ ਬੇਟੀ ਵੀ ਉੱਥੇ ਸੀ, ਉਹ ਵੀ ਬੜੀ ਮੁਸ਼ਕਲ ਨਾਲ ਕੋਈ ਦੋਸਤਾਂ ਦੀ ਮਦਦ ਨਾਲ ਉੱਥੋਂ ਕੱਢ ਰਿਹਾ, ਉੱਥੇ ਸਰਕਾਰ ਦਾ ਕੋਈ ਹਿੱਸਾ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਤੁਹਾਡੇ ਕੋਲ ਫੰਡਸ ਵੀ ਹੈਗੇ ਇਸੇ ਕੰਮ ਲਈ। ਜਿੱਦਾਂ PM ਕੇਅਰ ਫੰਡ ਰੱਖਿਆ ਇਹਨਾਂ ਨੇ, ਕਿਹੜੀ ਕੇਅਰ ਕੀਤੀ ਹੈ ਦੇਸ਼ ਦੀ? ਸਾਰਾ ਪੈਸਾ ਜਿਹੜਾ ਆ ਉਹਦੀ ਕੋਈ ਆਡਿਟਿੰਗ ਨਹੀਂ, ਕੋਈ ਪਤਾ ਨਹੀਂ, ਤੇ ਉਹ ਖਰਚਤਾ ਜਿਹੜਾ ਮਤਲਬ PM ਕੇਅਰ ਫੰਡ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕੀਤਾ ਤੇ ਖਰਚਾ ਚੋਣਾਂ ਦੇ ਵਿੱਚ। ਆਹ ਤਾਂ ਸਾਡੀਆਂ ਪ੍ਰਾਇੋਰਟੀਜ਼ ਹੈ ਜੀ। ਅੱਛਾ, ਜਿਹੜੀਆਂ ਲੇਟੈਸਟ ਹੋਰ ਡਿਵੈਲਪਮੈਂਟ ਹੋ ਰਹੀਆਂ ਨੇ ਉਹ ਇਹ ਆ ਕਿ ਜਿੱਦਾਂ ਬਹੁਤ ਸਾਰੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ, ਖਾਸ ਕਰਕੇ ਸਪੋਰਟਸ ਦੀਆਂ, ਜਿਹੜੀ ਸਵਿਮਿੰਗ ਦੀ ਆ, ਫਿਨਾ ਵਗੈਰਾ, ਉਹਨਾਂ ਨੇ ਤੇ ਕਿਹਾ ਕਿ ਅਸੀਂ ਪੁੱਤਰ ਨੂੰ 4 ਸਾਲ ਦਿੱਤਾ, ਅਵਾਰਡ ਵਾਪਸ ਲੈ ਰਹੇ ਹਾਂ। ਤੇ ਦੂਜਾ ਉਹਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਕਿਸੇ ਵੀ ਇੰਟਰਨੈਸ਼ਨਲ ਮੁਕਾਬਲੇ 'ਚ ਬੈਲਾਰੂਸ ਤੇ ਰੂਸ ਦੇ ਜਿਹੜੇ ਹੈਗੇ ਨੇ ਪਲੇਅਰ, ਉਹਨਾਂ ਨੂੰ ਆਪਣੇ ਕੰਟਰੀ ਦੇ ਨਾਂ 'ਤੇ ਖੇਡਣ ਦੀ ਇਜਾਜ਼ਤ ਨਹੀਂ ਦੇਵਾਂਗੇ। ਉਹ ਆਜ਼ਾਦ ਤੌਰ 'ਤੇ ਆ ਕੇ ਖੇਡ ਸਕਦੇ ਆ, ਪਰ ਜੇ ਉਹ ਚਾਹਣ ਕਿ ਅਸੀਂ ਕੋਈ ਅਵਾਰਡ ਜਿੱਤਣਾ ਜਾਂ ਕਰਨਾ ਤੇ ਆਪਣੇ ਦੇਸ਼ ਲਈ ਜਿੱਤਣਾ, ਤੇ ਉਹ ਅਸੀਂ ਉਹਨਾਂ ਨੂੰ ਅਲਾਉ ਨਹੀਂ ਕਰਾਂਗੇ। ਦੂਜੇ ਪਾਸੇ ਜਿਹੜੀ ਨਾਟੋ ਆ, ਉਹਨਾਂ ਨੇ ਕਿਹਾ ਕਿ ਜਿਹੜੀ ਚੇਤਾਵਨੀ ਦੇਣ ਦੀ ਤਰਕੀਬ ਹੈ ਪਹਿਲਾਂ ਬਣੀ ਹੋਈ, ਜਿਸ ਤਰ੍ਹਾਂ ਸਿਸਟਮ ਬਣਿਆ ਹੋਇਆ ਕਿ ਜੇ ਐਟਮੀ ਹਥਿਆਰਾਂ ਨਾਲ ਕੋਈ ਹਮਲਾ ਕਰੇ ਤੇ ਉਹਨੂੰ ਕਿੱਦਾਂ ਰੋਕਣਾ ਜਾਂ ਕਰਨਾ, ਜਿਹੜੇ ਉਹਦੇ ਸਟੈਂਡਰਡ ਬਣੇ ਹੋਏ ਬਿਲਕੁਲ ਠੀਕ ਹੈ, ਅਸੀਂ ਉਹਨੂੰ ਚੇਂਜ ਕਰਨ ਦੀ ਕੋਈ ਇਸ ਵੇਲੇ ਲੋੜ ਨਹੀਂ ਆ। ਭਾਵੇਂ ਕਿ ਧਮਕੀ ਰਸ਼ੀਆ ਨੇ ਦਿੱਤੀ ਹੋਈ ਆ, ਪਰ ਨਾਲ ਦੀ ਨਾਲ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਧਮਕੀ ਇਸ ਤਰ੍ਹਾਂ ਨਹੀਂ ਦਿੱਤੀ ਕਿ ਅਸੀਂ ਐਟਮ ਚਲਾਵਾਂਗੇ। ਉਹਨਾਂ ਨੇ ਕਿਹਾ ਕਿ ਜੇ ਕਿਤੇ ਐਟਮੀ ਹਮਲਾ ਹੁੰਦਾ ਤਾਂ ਉਹਨੂੰ ਰੋਕਣ ਦੀ ਜਿਹੜਾ ਵਾ ਉਹ ਪ੍ਰਬੰਧ ਕੀਤੇ ਜਾਣ। ਅੱਜ ਮੇਰੀ ਇੱਥੇ ਇੱਕ ਵਿਦਵਾਨ ਨੇ, ਉਹਨਾਂ ਨਾਲ ਗੱਲ ਹੋ ਰਹੀ ਸੀਗੀ ਕਿ ਧੁਰ ਨਾਰਥ ਵਿੱਚ ਸਾਡਾ ਜਿਹੜਾ ਸਭ ਤੋਂ ਨੇੜੇ, ਜਦੋਂ ਰਸ਼ੀਆ ਦੇ ਨਾਲ ਜਾ ਕੇ ਲੱਗਦੇ ਆ, ਤੇ ਉਹ ਕੈਨੇਡਾ ਦਾ ਇੱਕ ਨਾਰਥ ਵਾਲਾ ਏਰੀਆ ਪੈਂਦਾ ਆ। ਤੇ ਜੇ ਕੱਲ ਨੂੰ ਕਿਤੇ ਇੱਦਾਂ ਦੇ ਹਾਲਾਤ ਬਣਦੇ ਆ ਕਿ ਕੋਈ ਮਿਜ਼ਾਈਲ ਛੱਡਦਾ ਹੈ ਰਸ਼ੀਆ ਨਿਊਯਾਰਕ ਲਈ ਜਾਂ ਵਾਸ਼ਿੰਗਟਨ ਲਈ, ਤੇ ਉਹ ਕੈਨੇਡਾ ਦੇ ਉੱਪਰੋਂ ਕ੍ਰਾਸ ਹੋ ਕੇ ਜਾਣੀ ਆ। ਤੇ ਜੇ ਅਮਰੀਕਾ ਅੱਗੋਂ ਕੋਈ ਕਾਰਵਾਈ ਕਰਦਾ, ਉਹਨੂੰ ਰਸਤੇ 'ਚ ਰੋਕਦਾ, ਤੇ ਫਿਰ ਕੈਨੇਡਾ ਦੀ ਧਰਤੀ ਦੇ ਉੱਤੇ ਉਹ ਫਟਣ ਦੀ, ਭਾਵੇਂ ਉਹ ਆਸਮਾਨ 'ਚ ਹੀ ਫਟਦੀ ਆ, ਸਮੁੰਦਰ 'ਚ ਫਟਦੀ ਆ, ਉਹਦੇ ਬੜੇ ਭੈੜੇ ਅਸਰ ਹੁੰਦੇ ਆ। ਇਹ ਗੱਲ ਮੈਨੂੰ ਸਮਝਾ ਰਹੇ ਸੀ ਕਿ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਬੜੀ ਦੂਰ ਬੈਠੇ ਹੋਏ ਹਾਂ। ਜਿਹੜੀ ਹੁਣ ਯੁੱਧ ਆ ਉਹ ਹਰ ਮੁਲਕ ਉਸੇ ਤਰ੍ਹਾਂ ਹੀ ਫਸਿਆ ਹੋਇਆ ਉਹ 'ਚ, ਜਿਸ ਤਰ੍ਹਾਂ ਇਸ ਵੇਲੇ ਯੂਕਰੇਨ ਆ। ਕਿਹਾ ਇਹ ਜਾਂਦਾ ਸੀਗਾ ਕਿ ਜਿਹੜੀ ਧਰਤੀ 'ਤੇ ਯੁੱਧ ਲੜਿਆ ਜਾਂਦਾ ਆ, ਅਮਰੀਕਾ ਵਰਗੇ ਮੁਲਕ ਜਿਹੜੇ ਆ ਉਹ ਉੱਥੋਂ ਕੋਹਾਂ ਦੂਰ ਹੁੰਦੇ ਆ,
ਉਹਨਾਂ ਤੇ ਕੋਈ ਸਿੱਧਾ ਅਸਰ ਨਹੀਂ ਹੁੰਦਾ ਜਿੱਦਾਂ ਵਰਲਡ ਵਾਰ ਵਿੱਚ ਵੀ ਹੋਇਆ ਜਾਂ ਹੋਰ ਵੀ ਜੰਗਾਂ 'ਚ ਹੋਇਆ। ਤੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਹੁਣ ਮਿਜ਼ਾਈਲ ਹਮਲੇ ਆ ਉਹ ਤੇ ਕਿਤੇ ਵੀ ਹੋ ਸਕਦੇ ਆ, ਤੇ ਉਹਨੂੰ ਰੋਕਣ ਲਈ ਜਦੋਂ ਪ੍ਰਬੰਧ ਕਰਦੇ ਆ ਤੇ ਜਿਹੜੇ ਕੰਟਰੀ ਤੋਂ ਮਿਜ਼ਾਈਲ ਲੰਘਦੀ ਆ ਤੇ ਉਹਨੂੰ ਰੋਕਣ ਦਾ ਪ੍ਰਬੰਧ ਹੁੰਦਾ, ਤੇ ਫਿਰ ਉਸ ਕੰਟਰੀ ਨੂੰ ਵੀ ਉਹਦੇ ਸਿੱਟੇ ਭੁਗਤਣੇ ਪੈਣਗੇ। ਬਿਲਕੁਲ ਠੀਕ ਹੈ, ਕਿਉਂਕਿ ਰਸ਼ੀਆ ਵੈਸੇ ਵੀ ਬਹੁਤ ਵੱਡਾ ਮੁਲਕ ਹੈ ਤੇ ਉਹ ਜੇ ਗਲੋਬ ਤੇ ਦੇਖੋਗੇ ਤਾਂ ਕੈਨੇਡਾ ਦਾ ਕੁਝ ਹਿੱਸਾ ਵੀ ਜਿਹੜਾ ਜਿੱਧਰ ਮੇਰਾ ਬੇਟਾ ਵੀ ਰਹਿ ਰਿਹਾ, ਨਿਊ ਫਾਊਂਡਲੈਂਡ ਆਈਲੈਂਡ ਜਿਹੜਾ ਆ ਉਹ ਫਰਾਂਸ ਦੇ ਨੇੜੇ ਤੇੜੇ ਪੈ ਜਾਂਦਾ, ਮਤਲਬ ਉਹ ਯੂਰਪੀ ਕੰਟਰੀਜ਼ ਦੇ ਨੇੜੇ ਤੇੜੇ ਜਾਣੀ ਪੈ ਜਾਂਦਾ, ਥੋੜੀ ਬਹੁਤ ਦੂਰੀ ਰਹਿ ਜਾਂਦੀ ਹੈ। 에ਅਰ ਸਪੇਸ ਜਿਹੜੀ ਆ ਕਿਵੇਂ ਆ ਉੱਥੇ ਮੈਨੂੰ ਪਤਾ ਨਹੀਂ, ਪਰ ਇਹ ਹੈ ਵੀ ਫਿਰ ਜਦੋਂ ਇਦਾਂ ਦਾ ਹਮਲਾ ਹੁੰਦਾ, ਮਿਜ਼ਾਈਲੀ ਹਮਲੇ ਹੁੰਦੇ ਆ, ਤੇ ਫਿਰ ਜਦੋਂ ਦਾਗੀਆਂ ਜਾਂਦੀਆਂ ਨੇ ਮਿਜ਼ਾਈਲਾਂ ਤੇ ਉਹ ਕਿਸੇ ਦਾ ਵੀ ਗੁਆਂਢ ਦੇ ਵਿੱਚ ਨੁਕਸਾਨ ਕਰ ਸਕਦੀਆਂ। ਤੇ ਗੱਲ ਠੀਕ ਹੈ ਉਸ ਵਿਦਵਾਨ ਦੀ ਵੀ ਜੇ ਪਾਇਆ ਮਤਲਬ ਅਮਰੀਕਾ ਦੀ ਜਿਹੜੀ 에ਅਰ ਦੇ ਵਿੱਚੋਂ ਸਪੇਸ ਦੇ ਵਿੱਚੋਂ ਜਾਣੀ ਹੈ ਤੇ ਉਹਨੂੰ ਜੇ ਰੋਕਣ ਦੀ ਕੋਸ਼ਿਸ਼ ਹੋਏਗੀ ਕੈਨੇਡਾ ਦੇ ਰਸਤੇ ਦੇ ਵਿੱਚ ਉਹ ਕਿਤੇ ਵੀ ਉਹਦਾ ਨੁਕਸਾਨ ਹੋ ਸਕਦਾ, ਭਾਵੇਂ ਕਿਤੇ ਵੀ ਉਹ ਡਿੱਗੇ ਤੇ ਉਹਦਾ ਸਿੱਧਾ ਨੁਕਸਾਨ ਹੋਏਗਾ। ਸੋ ਅੱਜ ਦੇ ਯੁੱਗ ਦੇ ਵਿੱਚ ਕੋਈ ਵੀ ਕਿਸੇ ਦੀ ਇਨਵੋਲਵਮੈਂਟ ਹੋਵੇ ਤਾਂ ਡਾਇਰੈਕਟਲੀ ਇਨਡਾਇਰੈਕਟਲੀ ਇਦਾਂ ਦੀ ਜੰਗ ਦੇ ਵਿੱਚ ਖਤਰਾ ਉਹਦੇ ਲਈ ਵੀ ਹੈ। ਖਤਰੇ ਜਿਹੜੇ ਆ ਸਾਰੀ ਦੁਨੀਆ ਲਈ ਹੈ। ਜਦੋਂ ਤੁਸੀਂ ਐਟਮੀ ਵੈਪਨਸ ਕਰਨ ਲੱਗਦੇ ਹੋ ਜਾਂ ਜੰਗ ਦੀ ਗੱਲ ਕਰਦੇ ਹੋ ਤੇ ਫਿਰ ਉਹਦੇ ਖਤਰੇ ਤਾਂ ਸਾਰੀ ਦੁਨੀਆ ਲਈ ਹੈ। ਇਸ ਕਰਕੇ ਸਾਰੀ ਦੁਨੀਆ ਚੌਕਸ ਵੀ ਹੈ। ਬਾਕੀ ਬਾਈਕਾਟਸ ਜਿਹੜੇ ਆ ਉਹ ਆਪਣੀ ਥਾਂ ਦੇ ਉੱਤੇ ਆ। ਅਮਰੀਕਾ ਨੇ ਵੀ ਰੂਸ ਦੀਆਂ ਜਿੰਨੀਆਂ ਵੀ ਜਿਹੜੀਆਂ ਫਲਾਈਟਸ ਵਗੈਰਾ ਸਾਰੀਆਂ ਰੋਕ ਦਿੱਤੀਆਂ ਆ ਤੇ ਉਹਨੂੰ ਪੇਸ਼ ਏਦਾਂ ਕੀਤਾ ਗਿਆ ਕਿ ਦੇਖੋ ਜੀ ਰੂਸ ਤੇ ਬਹੁਤ ਵੱਡੀ ਪਾਬੰਦੀ ਲਾਤੀ ਅਮਰੀਕਾ ਨੇ, ਜਾਂ ਬਾਕੀ ਵੀ ਆਰਥਿਕ। ਮੈਨੂੰ ਲੱਗਦਾ ਕਿ ਇਹ ਕੋਈ ਬਹੁਤਾ ਕੁਝ ਨਹੀਂ ਹੈ ਇਦਾਂ ਦਾ ਜਿਹਦੇ ਤੇ ਅਮਰੀਕਾ ਨੇ ਜਾਂ ਨਾਟੋ ਨੇ ਜਿਵੇਂ ਥਾਪੜਾ ਦਿੱਤਾ ਸੀ ਯੂਕਰੇਨ ਨੂੰ, ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਹਥਿਆਰ ਦੇ ਦਿਓ ਉਹਨਾਂ ਨੂੰ, ਜਿੰਨੇ ਮਰਜ਼ੀ ਤੁਸੀਂ ਇੰਨੇ ਅਰਬ ਡਾਲਰ ਦੀ ਤੁਸੀਂ ਮਦਦ ਕਰਨੀ ਆ ਉਹ ਕਰ ਦਿਓ, ਪਰ ਯੂਕਰੇਨ ਆਪਣੇ ਆਪ ਨੂੰ ਇਕੱਲਾ ਪਿਆ ਵੀ ਮਹਿਸੂਸ ਕਰਦਾ ਹੈ ਵੀ ਜਿਵੇਂ ਮਦਦ ਕੀਤੀ ਜਾਣੀ ਚਾਹੀਦੀ ਸੀ ਉਦਾਂ ਮਦਦ ਕਹਿੰਦਾ ਉਹ ਨਹੀਂ ਹੋਈ। ਉਹਨਾਂ ਨੇ ਇੱਕ ਦੋ ਵਾਰੀ ਏਦਾਂ ਦੀ ਗੱਲ ਕਹੀ ਵੀ ਹੈ, ਪਰ ਫਿਰ ਵੀ ਉਹ ਆਪਣੇ ਢੰਗ ਨਾਲ ਡਟੇ ਹੋਏ ਆ। ਦੇਖੋ ਇਹਦੇ ਲਈ ਮੈਂ ਸਮਝਦਾ ਕਿ ਅਮਰੀਕਾ ਤੇ ਰੂਸ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਨੇ, ਪਰ ਪਹਿਲੀ ਜ਼ਿੰਮੇਵਾਰੀ ਅਮਰੀਕਾ ਤੇ ਹੀ ਆਉਂਦੀ ਹੈ ਜਿਹਨੇ ਸਾਰੀ ਦੁਨੀਆ ਨੂੰ ਜਿਹੜਾ ਆ ਇਸ ਢੰਗ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਜ਼ਰੂਰ ਉੱਥੇ ਹੋਵਾਂ। ਜਿਹੜਾ ਵੀ ਮੁਲਕ ਹੈ ਕਿਤੇ ਵੀ ਹੈ ਉਹ ਸੁਤੰਤਰ ਹੋਣ ਜਿਹੜੀ ਰੱਖਦਾ ਉਹਦੇ ਸਿੱਧੇ ਜਾਂ ਸਿੱਧੇ ਤੌਰ ਤੇ ਮੇਰੀ ਮੌਜੂਦਗੀ ਉੱਥੇ ਚਾਹੀਦੀ ਹੈ। ਜਿੱਦਾਂ ਮੈਂ ਸ਼ਾਇਦ ਅੱਗੇ ਵੀ ਇੱਕ ਵਾਰ ਡਾਕਟਰ ਜਗਤਾਰ ਦੀ ਇੱਕ ਨਜ਼ਮ ਦਾ ਜ਼ਿਕਰ ਕੀਤਾ ਸੀ। ਡਾਕਟਰ ਜਗਤਾਰ ਨੇ ਇੱਕ ਨਜ਼ਮ ਲਿਖੀ ਸੀ, ਮੈਨੂੰ ਉਹ ਨਜ਼ਮ ਦੇ ਬਹੁਤਾ ਯਾਦ ਨਹੀਂ ਹੈ ਕੀ ਸੀ ਉਹਦੇ ਚ, ਪਰ ਉਹਦਾ ਸਿਰਲੇਖ ਹੀ ਦੱਸ ਦਿੰਦਾ ਸੀ ਵੀ ਉਹ ਨਜ਼ਮ ਦਾ ਮਤਲਬ ਕੀ ਹੈ। ਉਹ ਨਜ਼ਮ ਦਾ ਸਿਰਲੇਖ ਸੀ ਕਿੱਥੇ ਨਹੀਂ ਅਮਰੀਕਾ, ਕਿੱਥੇ ਨਹੀਂ ਅਮਰੀਕਾ, ਮਤਲਬ ਹਰ ਥਾਂ ਤੇ ਹੀ ਅਮਰੀਕਾ। ਜਿੱਦਾਂ ਰੱਬ ਹਰ ਥਾਂ ਤੇ ਕਿਹਾ ਜਾਂਦਾ ਹੈ, ਏਦਾਂ ਅਮਰੀਕਾ ਹਰ ਥਾਂ ਤੇ ਰਹਿਣ ਦੀ ਇਹ ਲਾਲਸਾ ਜਿਹੜੀ ਅਮਰੀਕਾ ਦੀ ਉਹਨੇ ਦੁਨੀਆ ਬਣਾਇਆ, ਤੇ ਉਸੇ ਲਾਲਸਾ ਦਾ ਜਿਹੜਾ ਸ਼ਿਕਾਰ ਹੈ ਇਸ ਵੇਲੇ ਰੂਸ ਹੈ ਜੀ। ਬਿਲਕੁਲ। ਅੱਛਾ, ਜਿਹੜੀਆਂ ਆਰਥਿਕ ਪਾਬੰਦੀਆਂ ਦੀ ਗੱਲ ਕੀਤੀ ਜਾਂਦੀ ਆ, ਆਪਾਂ ਇਕੋਨਮੀ ਦੇ ਬਾਰੇ ਤੇ ਬਹੁਤੀ ਡੀਪ ਸਾਨੂੰ ਨੌਲੇਜ ਨਹੀਂ ਆ, ਤੇ ਕਿਹਾ ਜਾਂਦਾ ਹੈ ਕਿ ਜਿਹੜਾ ਸਵਿਫਟ ਕੋਡ ਜਿਹੜਾ ਹੁੰਦਾ ਕੋਈ ਉਹ ਰਸ਼ੀਅਨ ਬੈਂਕਾਂ ਕੋਲੋਂ ਵਾਪਸ ਲੈ ਲਿਆ ਗਿਆ ਹੈ, ਤੇ ਉਹਦਾ ਕਰਕੇ ਉਹਨਾਂ ਦਾ ਆਪਣਾ ਹੀ ਪੈਸਾ ਜਿੱਥੇ ਜਿੱਥੇ ਫਸਿਆ ਉਹ ਫਸਿਆ ਰਹੇਗਾ, ਉਹ ਕਢਾ ਨਹੀਂ ਸਕਦੇ, ਉਹਨਾਂ ਦੀ ਇਕੋਨਮੀ ਨੂੰ ਹਿੱਟ ਕਰੇਗਾ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ 에ਅਰ ਸਪੇਸ ਬੰਦ ਕਰਤੀ ਬ੍ਰਿਟਿਸ਼ ਵਰਗੇ ਮੁਲਕ ਨੇ ਜਾਂ ਦੂਜਿਆਂ ਨੇ ਰਸ਼ੀਆ ਲਈ, ਪਰ ਵੇਖਣ ਵਾਲੀ ਗੱਲ ਹੈ ਜਿੱਦਾਂ ਤੁਸੀਂ ਕਿਹਾ ਆ ਕਿ ਰਸ਼ੀਆ ਬਹੁਤ ਵੱਡਾ ਏਰੀਆ ਆ, ਦੁਨੀਆ ਦਾ ਮਤਲਬ ਸਭ ਤੋਂ ਵੱਡਾ ਮੁਲਕ, ਤੇ ਰਸ਼ੀਆ ਨੂੰ ਤਾਂ ਜਿਹੜਾ ਫਰਕ ਪੈਣਾ ਉਹ ਤਾਂ ਪਏਗਾ ਹੀ, ਪਰ ਜਿਹੜੇ ਬਾਕੀ ਨਿੱਕੇ ਨਿੱਕੇ ਯੂਰਪੀ ਮੁਲਕ ਆ ਜਾਂ ਜਿਹੜੇ ਮੁਲਕ ਵੀ ਜਿਹੜੀਆਂ ਉਡਾਨਾਂ ਰਸ਼ੀਆ ਦੇ ਉੱਤੋਂ ਦੀ ਲੰਘਦੀਆਂ ਨੇ, ਈਵਨ ਦੋ ਸਾਡੀਆਂ ਕੈਨੇਡਾ ਵਾਲੀਆਂ ਬਹੁਤ ਸਾਰੀਆਂ ਉਡਾਨਾਂ ਰਸ਼ੀਆ ਕ੍ਰੋਸ ਕਰਕੇ ਅਸੀਂ ਯੂਰਪ 'ਚ ਇੰਟਰ ਹੁੰਦੇ ਹਾਂ, ਤੇ ਜੇਕਰ ਸਾਨੂੰ ਉਹ ਸਾਰਾ ਕੁਝ ਬੰਦ ਕਰ ਦਿੱਤਾ, ਕੈਨੇਡਾ ਨੂੰ ਵੀ ਬੰਦ ਕਰ ਦਿੱਤਾ ਉਹਨਾਂ ਨੇ, ਵੈਸੇ ਅਮਰੀਕਾ ਨੂੰ ਉਹਨਾਂ ਨੇ ਵੀ ਬੰਦ ਕਰ ਦਿੱਤਾ, ਵਾਈਸ ਵਰਸਾ ਉਸੇ ਵੇਲੇ, ਤੇ ਉਹਦੇ ਨਾਲ ਜ਼ਿਆਦਾ ਲਾਸ ਜਿਹੜਾ ਆ ਉਹ ਯੂਰਪੀ ਮੁਲਕਾਂ ਨੂੰ ਤੇ ਵੈਸਟਰਨ ਕੰਟਰੀਜ਼ ਨੂੰ ਹੋਣਾ ਆ। ਦੇਖੋ ਬਰਾਬਰ ਦੇ ਲਾਸਿਸ ਨੇ, ਇਸੇ ਕਰਕੇ ਤਾਂ ਡਾਇਰੈਕਟਲੀ ਨਾਟੋ 30 ਮੁਲਕਾਂ ਦਾ ਗੱਠਜੋੜ ਹੈ, ਉਹਦੇ ਚ 15 ਦੇ ਕਰੀਬ ਜਿਹੜੇ ਯੂਰਪ ਦੇ ਮੁਲਕ ਵੀ ਹੈਗੇ ਆ, 15 ਤੋਂ ਜ਼ਿਆਦਾ ਹੀ ਆ। ਪਹਿਲਾਂ ਜਦੋਂ ਸੋਵੀਅਤ ਯੂਨੀਅਨ ਨਹੀਂ ਸੀ ਟੁੱਟਾ ਉਦੋਂ ਸਿਰਫ 15 ਮੁਲਕ ਸੀਗੇ ਅਮਰੀਕਾ ਦੀ ਅਗਵਾਈ ਚ ਨਾਟੋ ਦਾ ਹਿੱਸਾ, ਫੌਜੀ ਗੱਠਜੋੜ ਹੈ ਇੱਕ। ਅੱਜ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਜਿਹੜੇ 15 ਦੇ ਕਰੀਬ ਯੂਰਪੀ ਮੁਲਕ ਵੀ ਉਹਦੇ ਚ ਜੁੜੇ ਆ, 30 ਮੁਲਕ ਹੋ ਗਏ। 31ਵਾਂ ਮੁਲਕ ਯੂਕਰੇਨ ਬਣਨਾ ਚਾਹੁੰਦਾ ਸੀ ਉਹਦਾ ਹਿੱਸਾ, ਜਿਹਦੇ ਤੋਂ ਟਿੜ ਗਿਆ ਰੂਸ।
ਸੋ ਇਸ ਕਰਕੇ ਜਿਹੜਾ ਨਾਟੋ ਆ ਉਹਦੇ ਵੱਲੋਂ ਵੀ ਡਾਇਰੈਕਟਲੀ ਸਿੱਧੇ ਤੌਰ ਤੇ ਦਖਲ ਦੇਣ ਤੋਂ ਇਨਕਾਰ ਕਰਨਾ ਜਿਹੜਾ ਆ, ਤੇ ਆਪਣੀਆਂ ਫੌਜਾਂ ਨਾ ਭੇਜਣਾ। ਵੈਸੇ ਤਾਂ ਲੀਗਲੀ ਭੇਜ ਵੀ ਨਹੀਂ ਸੀ ਸਕਦੇ ਕਿਉਂਕਿ ਯੂਕਰੇਨ ਹਾਲੇ ਉਹਦਾ ਮੈਂਬਰ ਨਹੀਂ, ਉਹਨਾਂ ਕੋਲ ਬਹਾਨਾ ਤਾਂ ਹੈ, ਪਰ ਜਿਹੜੀ ਮਦਦ ਉਹ ਨਹੀਂ ਕਰ ਰਹੇ, ਜਿਹੜੀ ਮਦਦ ਦੀ ਦਰਕਾਰ ਸੀ ਯੂਕਰੇਨ ਨੂੰ, ਤੇ ਉਹਦਾ ਇੱਕ ਕਾਰਨ ਤਾਂ ਇਹ ਵੀ ਹੈ ਕਿ ਜੇ ਰੂਸ ਨੂੰ ਬਹੁਤ ਵੱਡੇ ਪੱਧਰ ਤੇ ਲਾਸ ਹੋਣਾ, ਤੇ ਜੇ ਵੱਧ ਗਿਆ ਤੇ ਜਿਹੜੇ ਨਿੱਕੇ ਨਿੱਕੇ ਮੁਲਕ ਹੈ ਯੂਰਪ ਦੇ, ਉਹਨਾਂ ਲਈ ਵੀ ਜੀਣਾ ਦੂਭਰ ਹੋ ਜਾਣਾ। ਉਹਨਾਂ ਦਾ ਵੀ ਸਾਰਾ ਕੁਝ ਹੀ ਕਹਿ ਲਓ ਦਾਣਾ ਪਾਣੀ ਜਿਹੜਾ ਆ ਉਹ ਬੰਦ ਹੋ ਜਾਣਾ ਹੈ, ਉਹਨਾਂ ਦੀ ਲਾਈਫ ਲਾਈਨਸ ਵੀ ਜਿਹੜੀਆਂ ਕੱਟੀਆਂ ਜਾਣੀਆਂ। ਇਹਦੇ ਸਾਲ ਨੂੰ ਇਹਦਾ ਫਰਕ ਪੈਣਾ। ਤੇ ਬਾਕੀ ਪਾਬੰਦੀਆਂ ਆਪਣੀ ਥਾਂ ਦੇ ਉੱਤੇ ਆ, ਪਰ ਪ੍ਰੈਕਟੀਕਲੀ ਬਹੁਤਾ ਲੰਬਾ ਨਹੀਂ ਇਹ ਚੱਲ ਸਕਦਾ। ਮੈਂ ਹਾਲੇ ਵੀ ਇਸ ਗੱਲ ਤੇ ਖੜਾ ਹੈ ਕਿ ਨਾ ਤਾਂ ਐਟਮੀ ਜੰਗ ਹੋਣੀ, ਉਹ ਸਿਰਫ ਧਮਕੀ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ, ਤੇ ਨਾ ਹੀ ਇਹ ਕੋਈ 3rd ਵਰਲਡ ਵਾਰ ਦੇ ਵਿੱਚ ਸਾਰੀ ਚੀਜ਼ ਤਬਦੀਲ ਹੋਣੀ ਹੈ। ਮੈਨੂੰ ਲੱਗਦਾ ਹੈ ਕਿ ਥੋੜੇ ਬਹੁਤ ਝਟਕਿਆਂ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਨਰਮੀ ਦਿਖਾਉਣੀ ਸ਼ੁਰੂ ਹੋਏਗੀ, ਕਿਉਂਕਿ ਰੂਸ ਨੇ ਉਹ ਮੀਟਿੰਗ ਜਿਹੜੀ 3 ਘੰਟੇ ਦੀ ਹੋਈ ਉਸ ਤੋਂ ਬਾਅਦ ਵੀ ਕਿਹਾ ਵੀ ਭਾਵੇਂ ਗੱਲਬਾਤ ਬੇਨਤੀਜਾ ਰਹੀ ਹੈ, ਗੱਲਬਾਤ ਫੇਰ ਚੱਲੇਗੀ। ਜੀ, ਹਰ ਜੰਗ ਦੀ ਅੰਤ ਤਾਂ ਗੱਲਬਾਤ ਦੀ ਟੇਬਲ ਤੇ ਆ ਕੇ ਹੁੰਦਾ ਹੈ, ਬਿਲਕੁਲ ਠੀਕ ਪੈਦੜਾ ਆ, ਕਰਨਾ ਵੀ ਚਾਹੀਦਾ ਹੈ। ਪਰ ਐਕਸਪੈਕਟੇਸ਼ਨ ਸੀ ਜਿਹੜੀ ਰਸ਼ੀਆ ਦੀ ਕਿ ਅਸੀਂ 3-4 ਦਿਨਾਂ ਦੇ ਵਿੱਚ ਹੀ ਜਿਹੜਾ ਯੂਕਰੇਨ ਆ ਉਹਨੂੰ ਢਾਹ ਲੈਣਾ, ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆ ਉਹ ਮੱਧਮ ਪੈ ਗਈ ਲੱਗਦੀ ਆ। ਉਹਨਾਂ ਨੂੰ ਲੱਗਦਾ ਹੈ ਕਿ ਹੁਣ ਮੁਕਾਬਲਾ ਦਿੱਤਾ ਜਾ ਰਿਹਾ ਹੈ, ਭਾਵੇਂ ਉੱਥੋਂ ਦੇ ਲੋਕ ਨੇ, ਉੱਥੋਂ ਦੇ ਬੱਚੇ ਨੇ ਜਦੋਂ ਆ ਕੇ ਖੜਦੇ, ਜਿੱਦਾਂ ਤੁਸੀਂ ਕੱਲ੍ਹ ਵੀਅਤਨਾਮ ਵਾਲੀ ਇੱਕ ਗੱਲ ਕਰ ਰਹੇ ਸੀ ਕਿ ਇੱਕ ਤੁਸੀਂ ਕਰ ਰਹੇ ਸੀ ਜਾਂ ਦੂਸਰੇ ਮੇਰੇ ਸੱਜਣ ਕਰ ਰਹੇ ਸੀ, ਉਹ ਕਹਿ ਰਹੇ ਸੀਗੇ ਕਿ ਜਿਹੜੇ ਧਾਰਮਿਕ ਆਗੂ ਨੇ ਉਹ ਕਿੱਥੇ ਨੇ, ਪੋਪ ਸਾਹਿਬ ਕਿੱਥੇ ਨੇ, ਆਰਥੋਡੋਕ ਜਿਹੜਾ ਚਰਚ ਆ ਰਸ਼ੀਆ ਤੇ ਯੂਕਰੇਨ ਦਾ ਉਹ ਕਿੱਥੇ ਆ, ਉਹ ਕਿਉਂ ਨਹੀਂ ਆ ਕੇ ਟੈਂਕਾਂ ਦੇ ਅੱਗੇ ਖੜੇ ਹੁੰਦੇ, ਪਾਦਰੀ ਵੱਡੇ ਵੱਡੇ ਜਿਹੜੇ ਦੁਨੀਆ ਨੂੰ ਸੇਧ ਦੇਣ ਵਾਲੇ ਬੈਠੇ ਹੋਏ ਆ। ਕੱਲ੍ਹ ਨੂੰ ਉਹਨਾਂ ਨਾਲ ਵੀ ਗੱਲ ਕਰਾਂਗਾ, ਉਹ ਕਹਿ ਰਹੇ ਸੀ ਕਿ ਜਿਹੜੇ ਧਾਰਮਿਕ ਆਗੂ ਉਹ ਕਿੱਥੇ ਗਾਇਬ ਹੋ ਜਾਂਦੇ ਜਦੋਂ ਲੋਕ ਸੰਕਟ 'ਚ ਹੁੰਦੇ ਆ, ਤੇ ਉਹ ਪੈਸੇ ਇਕੱਠੇ ਕਰਨ ਨੂੰ ਤੇ ਬੜੇ ਅੱਗੇ ਆਉਂਦੇ ਆ, ਵੱਧ ਚੜ ਕੇ ਵੀ ਤੁਹਾਡਾ ਰਾਮ ਭਲੀ ਕਰੂ, ਅੱਲਾ ਭਲੀ ਕਰੂ, ਵਾਹਿਗੁਰੂ ਤੁਹਾਡਾ ਇਹ ਕਰੂ, ਅਰਦਾਸਾਂ ਕਰਦੇ ਆ, ਤੇ ਜਿਹੜੇ ਔਖੇ ਵੇਲੇ ਉਹ ਛੁਪ ਜਾਂਦੇ ਆ ਲੋਕ, ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ। ਉਹ ਦੇਖੋ ਉਹਨਾਂ ਨੇ ਜਿਹੜਾ ਕੰਮ ਕਰਨਾ ਹੁੰਦਾ ਕਰਦੇ ਆ, ਜਦੋਂ ਸਾਰਾ ਕੁਝ ਮੁੱਕ ਜਾਊਗਾ ਫਿਰ ਸ਼ਾਂਤੀ ਦੀਆਂ ਅਪੀਲਾਂ ਜੱਜ ਕੇ ਆ ਜਾਣਗੇ ਸਾਡੇ ਸਾਹਮਣੇ। ਤੇ ਕੁਝ ਨਹੀਂ ਆ, ਆਪਾਂ ਨੂੰ ਪਤਾ ਸਾਰਾ ਕੁਝ ਜੋ ਵੀ ਹੁੰਦਾ, ਇਹਨੂੰ ਦੁਨੀਆ ਦੇ ਵਿੱਚ ਜੋ ਵੀ ਹੁੰਦਾ ਵਾਪਰਦਾ, ਉਹਦੇ ਪਿੱਛੇ ਕਾਰਜ ਸ਼ਕਤੀਆਂ ਕਿਹੜੀਆਂ ਹੁੰਦੀਆਂ, ਉਹ ਤਾਂ ਲੋਕਾਂ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ, ਮਤਲਬ ਇਹ ਕਹਿ ਲਓ ਵੀ ਇੱਕ ਪੂਰਾ ਇੱਕ ਜਾਲ ਜਿਹੜਾ ਵਿਛਿਆ ਹੋਇਆ, ਤੇ ਮਾਨਸਿਕ ਤੌਰ ਦੇ ਉੱਤੇ ਲੋਕਾਂ ਨੂੰ ਇਸ ਪਾਸੇ ਲਾਉਣ ਲਈ। ਤੇ ਉੱਦਾਂ ਕਿਤੇ ਨਹੀਂ ਆ, ਉਹ ਕਿਤੇ ਹੋਣੇ ਵੀ ਨਹੀਂ। ਜੇ ਉਹ ਹੁੰਦੇ ਤਾਂ ਫਿਰ ਜੇ ਮਤਲਬ ਰਜ਼ਾ 'ਚ ਹੀ ਸਾਰਾ ਕੁਝ ਚੱਲਦਾ, ਮਰਜ਼ੀ ਨਾਲ ਚੱਲਦਾ, ਤੇ ਫਿਰ ਤਾਂ ਯੁੱਧ ਵੀ ਨਹੀਂ ਸੀ ਲੱਗਣਾ। ਆਪਾਂ ਤਾਂ ਜਿਹੜੇ ਪੋਪ ਹੈ ਜਾਂ ਜਿਹੜੇ ਧਾਰਮਿਕ ਆਗੂ ਆ ਜਾਂ ਜਿਹੜੇ ਅਦਾਰੇ ਆ ਉਹਨਾਂ ਦੀ ਗੱਲ ਕਰ ਰਹੇ ਆ, ਇਹਨਾਂ ਦੀ ਵੀ ਜ਼ਰੂਰਤ ਨਹੀਂ ਸੀ। ਜੇ ਸੱਚਮੁੱਚ ਕੁਝ ਕਿਤੇ ਹੁੰਦਾ, ਜੇ ਕਾਰਜ ਸ਼ਕਤੀ ਉਹ ਹੁੰਦੀ ਜਿਹਨੂੰ ਇਹ ਦੱਸਦੇ ਆ ਵੀ ਕਾਰਜ ਸ਼ਕਤੀ ਹੋਆ ਜਾਂ ਸੋ ਕਾਰਜ ਸ਼ਕਤੀ ਤਾਂ ਕਿਤੇ ਹੋਰ ਹੈ। ਕਾਰਜ ਸ਼ਕਤੀ ਤਾਂ ਜੋ ਦਿਖਾਈ ਦੇ ਰਿਹਾ ਸਾਨੂੰ, ਇਹਦੇ ਪਿੱਛੇ ਵੀ ਕਿਤੇ ਹੋਰ ਕੰਟਰੋਲ ਕਿਸੇ ਹੋਰ ਕੋਲ ਹੈ, ਕੰਟਰੋਲ ਕਰਦੇ ਨੇ ਉਹ ਲੌਬੀਜ਼ ਹੈਗੀਆਂ, ਜਾਂ ਉਹ ਮਾਫੀਆਜ਼ ਹੈਗੇ ਆ, ਵਰਲਡ ਮਾਫੀਆ ਜਿਹਨੂੰ ਕਹਿ ਸਕਦੇ ਆ, ਲੌਬੀਜ਼ ਕਹਿ ਸਕਦੇ ਆ, ਉਹ ਹਥਿਆਰਾਂ ਦੀ ਲੌਬੀ ਹੈ। ਦੋਵਾਂ ਪਾਸੇ ਤੋਂ ਹਥਿਆਰ ਜਿਹੜੇ ਬਣੇ ਮਤਲਬ ਚੱਲ ਰਹੇ ਨੇ, ਉਹਨਾਂ ਦੇ ਨਿਰਮਾਤਾ ਇੱਕੋ ਹੀ ਨੇ, ਪ੍ਰੋਡਿਊਸਰ ਇੱਕੋ ਹੀ ਨੇ, ਦੁਨੀਆ ਭਰ 'ਚ ਵਰਤੇ ਜਾਂਦੇ ਹਥਿਆਰ ਜਿਹੜੇ ਆ, ਉਹਨਾਂ ਦੀ ਲੌਬੀ ਜਿਹੜੀ ਹੈ ਹਥਿਆਰਾਂ ਦੀ, ਉਹ ਇੱਕ ਥਾਂ ਹੀ ਬੈਠੀ ਹੁੰਦੀ ਹੈ। ਸੋ ਕਾਰਜ ਸ਼ਕਤੀ ਕੋਈ ਹੋਰ ਹੈ। ਜੀ, ਅੱਛਾ ਕਿਸਾਨ ਸਾਹਿਬ, ਸਮਾਂ ਦਾ ਆਪਣਾ ਸਮਾਂ ਸਮਾਪਤ ਹੋ ਗਿਆ। ਮੈਂ ਪੰਜਾਬ ਬਾਰੇ ਇੱਕ ਅੱਧੀ ਗੱਲ ਪੁੱਛਣੀ ਚਾਹੁੰਦਾ। ਇੱਕ ਤੇ ਕਿਸਾਨਾਂ ਤੇ ਬਣੇ ਹੋਏ ਕੇਸ ਦਿੱਲੀ ਦੀ ਸਰਕਾਰ ਨੇ ਕੁਝ ਵਾਪਸ ਲਏ ਆ, 54 ਵਿੱਚੋਂ 17 ਕੇਸ। ਦੂਸਰੀ ਖਬਰ ਇਹ ਆਈ ਆ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਆਪਣੇ ਭਰਾ ਮਜੀਠੀਆ ਸਾਹਿਬ ਨੂੰ, ਜਾਂ ਆਪਣੇ ਉਹਨਾਂ ਦੇ ਜੋ ਵੀ ਰਿਸ਼ਤੇਦਾਰੀ ਆ, ਉਹਨਾਂ ਦੇ ਸਾਲਾ ਸਾਹਿਬ ਲੱਗਦੇ ਆ, ਜਾ ਕੇ ਉਹਨਾਂ ਦੀ ਮੁਲਾਕਾਤ ਹੋਈ ਆ। ਉਸ ਤੋਂ ਬਾਅਦ ਉਹਨਾਂ ਦੇ ਕੋਈ ਬਿਆਨ ਵੀ ਆਏ ਆ। ਤੇ ਤੀਜੀ ਗੱਲ ਜਿਹੜੀ ਉਹ ਸਿਮਰਜੀਤ ਮਾਨ ਨੂੰ ਲੈ ਕੇ ਬੜਾ ਮਜ਼ਾਕ ਬਣਿਆ ਹੋਇਆ। ਉਹਨਾਂ ਕਿਹਾ ਸੀ ਕਿ ਮੈਂ, ਜੇ ਮੈਨੂੰ ਪਰਮਿਸ਼ਨ ਦੇ ਦੇਣ, ਵੀਜ਼ਾ ਦੇ ਦੇਣ, ਮੈਂ ਤੇ ਮੇਰਾ ਬੇਟਾ ਯੂਕਰੇਨ ਲਈ ਜਾ ਕੇ ਲੜਨ ਨੂੰ ਤਿਆਰ ਹੈ। ਤੇ ਯੂਕਰੇਨ ਦੀ ਸਰਕਾਰ ਨੇ ਹੁਣ ਕਹਿ ਦਿੱਤਾ ਕਿ ਸਾਡੇ ਲਈ ਲੜਨ ਕੋਈ ਆਉਂਦਾ ਹੈ ਤੇ ਉਹਨੂੰ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ। ਤੇ ਹੁਣ ਕੀ ਮਾਨ ਸਾਹਿਬ ਨਹੀਂ ਜਾਣਗੇ? ਉਹ ਸੋਸ਼ਲ ਮੀਡੀਆ ਤੇ ਉਹਨਾਂ ਦਾ ਬਥੇਰਾ ਮਜ਼ਾਕ ਉੱਡ ਰਿਹਾ, ਪਰ ਉਹਨਾਂ ਦੀਆਂ ਜਿਹੜੀਆਂ ਜਿਸ ਤਰ੍ਹਾਂ ਦੀ ਉਹ ਬੇਢੱਬੀਆਂ ਜਿਹੜੀਆਂ ਸਟੇਟਮੈਂਟ ਦੇ ਦਿੰਦੇ ਆ ਉਹਦੇ ਤੇ। ਉਹ ਵੀ ਆ, 2-4 ਹੋਰ ਲੋਕ ਵੀ ਆ ਜਿਹੜੇ ਸੋਸ਼ਲ ਮੀਡੀਆ ਤੇ ਹੀਰੋ ਬਣ ਜਾਂਦੇ ਆ, ਉਹਨਾਂ ਦਾ ਵੀ ਮਜ਼ਾਕ ਬਣ ਰਿਹਾ। ਮਤਲਬ
ਅਜੀਬ ਕਿਸਮ ਦਾ ਕੋਈ ਜ਼ਿੰਮੇਵਾਰੀ ਵਾਲਾ ਕੋਈ ਮਤਲਬ ਇਸ ਤਰ੍ਹਾਂ ਦੀ ਜਿਹੜੀ ਹੋਣੀ ਚਾਹੀਦੀ ਹੈ ਕਿਸੇ ਮੰਝੇ ਹੋਏ ਪੋਲੀਟੀਸ਼ੀਅਨ ਵਾਲਾ ਕੋਈ ਬਿਆਨ ਕੋਈ ਸਹੀ ਤਰੀਕੇ ਵਾਲਾ ਬਿਆਨ। ਸਰਦਾਰ ਸਿਮਰਜੀਤ ਸਿੰਘ ਮਾਨ ਹੋਰੀ ਅਕਸਰ ਇਦਾਂ ਦੀਆਂ ਬਿਆਨਬਾਜ਼ੀਆਂ ਕਰਦੇ ਆ ਤੇ ਫਿਰ ਮਜ਼ਾਕ ਤਾਂ ਬਣਨਾ ਹੀ ਹੈ। ਕੁਝ ਲੋਕ ਹੋਰ ਵੀ ਕਰਦੇ ਸੀ ਵੀ ਸਾਨੂੰ ਮੋਦੀ ਸਾਹਿਬ ਦੇ ਦੇਣ ਆਗਿਆ ਜੀ, ਅਸੀਂ ਜਾਵਾਂਗੇ, ਅਸੀਂ ਯੂਕਰੇਨ ਵੱਲੋਂ ਲੜਾਂਗੇ, ਜੇ ਉਹ ਬਸ ਫਜ਼ੂਲ ਦੀਆਂ ਗੱਲਾਂ। ਲੋਕ ਕਹਿ ਰਹੇ ਜਾਓ ਫੇ ਭਾਈ, ਉਹਨਾਂ ਨੇ ਤਾਂ ਓਪਨ ਕਰਤਾ ਜਿਹੜਾ ਸਾਡੇ ਲਈ ਲੜਨਾ ਚਾਹੁੰਦਾ ਆ ਜਾਓ, ਲੈ ਜਾਓ ਭਰ ਕੇ ਆਪਣੀਆਂ ਗੱਡੀਆਂ ਗੁੱਡੀਆਂ, ਜਿੱਥੇ ਲੜਨਾ ਚਾਹੁੰਦੇ ਜਾ ਕੇ ਲੜ ਲਓ। ਮਤਲਬ ਇਹ ਤਾਂ ਇਦਾਂ ਦੇ ਲੋਕ ਹੈ, ਜੇ ਕੱਲ ਨੂੰ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈ ਤਾਂ ਇਹ ਕਹਿਣਗੇ ਵੀ ਦੇਖੋ ਧੱਕਾ ਹੋ ਰਿਹਾ ਪਾਕਿਸਤਾਨ ਨਾਲ ਤੇ ਅਸੀਂ ਪਾਕਿਸਤਾਨ ਵੱਲੋਂ ਲੜਨ ਚੱਲੇ ਹਾਂ। ਜਾਣਾ ਜੁਣਾ ਕਿਤੇ ਨਹੀਂ ਹੁੰਦਾ, ਗੱਲਾਂ ਕਰਨੀਆਂ ਬਸ। ਸੋ ਅਜੀਬ ਜਿਹਾ ਮਾਹੌਲ ਬਣਾ ਦਿੰਦੇ ਆ। ਇਸੇ ਕਰਕੇ ਸਿੰਸੈਰਿਟੀ ਨਹੀਂ ਰਹਿੰਦੀ, ਫਿਰ ਬਹੁਤੇ ਸਿੰਸੀਅਰ ਇਹਨਾਂ ਲਈ ਹੁੰਦੇ ਨਹੀਂ ਹੈ। ਵੱਖਰੀ ਗੱਲ ਹੈ ਕਿ ਚੋਣਾਂ ਦੇ ਨਤੀਜੇ ਦੱਸਣਗੇ ਕਿ ਸਿਮਰਜੀਤ ਸਿੰਘ ਮਾਨ ਦੀ ਧਿਰ ਜਿਹੜੀ ਹੈ ਐਤਕੀ 1-2% ਵੋਟ ਲੈ ਗਈ ਆ, ਨਹੀਂ ਤਾਂ ਜ਼ਮਾਨਤ ਜ਼ਬਤੀ ਹੋਣੀ ਹੈ ਹਰ ਥਾਂ ਤੋਂ। ਆਪਣੀ ਜ਼ਮਾਨਤ ਸ਼ਾਇਦ ਬਚਾ ਲੈਣ ਉਹ, ਤੇ ਫੈਕਟਰ ਕਰਕੇ ਜਿਹਦਾ ਆਪਾਂ ਨੂੰ ਪਤਾ ਹੈ। ਦੂਜੀ ਗੱਲ, ਮਿਲੇ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ, ਕਹਿੰਦੇ ਅਸੀਂ ਤਾਂ ਮਿਲ ਆਏ ਆ, ਪਰ ਅਕਾਲੀ ਵਰਕਰਾਂ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਨਹੀਂ ਦਿੰਦੀ ਸਰਕਾਰ। 5 ਦਿਨ ਦੀ ਮਹਿਮਾਨ ਰਹਿ ਗਈ ਆ, ਕਾਂਗਰਸੀ ਸਰਕਾਰ ਧੱਕਾ ਕਰ ਰਹੀ ਹੈ ਵੀ ਕਿਉਂ ਨਹੀਂ ਮਿਲਣ ਦਿੰਦੀ, ਏਦਾਂ ਦਾ ਬਿਆਨ ਉਹਨਾਂ ਨੇ ਦਿੱਤਾ ਹੈ। ਤੀਜੀ ਗੱਲ ਜਿਹੜਾ ਹੈ ਉਹ 17 ਦੇ ਕਰੀਬ ਕੇਸ ਹੈ ਜਿਹੜੇ 56 ਦੇ ਵਿੱਚੋਂ ਉਹ ਵਾਪਸ ਲੈਣ ਦੀ ਗੱਲ ਹੈ, ਉਹ ਸਾਰੇ ਵਾਪਸ ਲਏ ਜਾਣੇ ਚਾਹੀਦੇ ਸੀ, ਬਾਕੀ ਵਾਪਸ ਕਿਉਂ ਨਹੀਂ ਲਏ ਇਹ ਦੱਸਿਆ ਨਹੀਂ ਜੀ। ਬਹੁਤ ਬਹੁਤ ਸ਼ੁਕਰੀਆ ਦਸਾਂਝ ਸਾਹਿਬ, ਮੈਨੂੰ ਪਤਾ ਤੁਸੀਂ ਦੂਜੇ ਸ਼ੋਅ ਲਈ ਤਿਆਰੀ ਕਰਨੀ ਆ, ਬਹੁਤ ਧੰਨਵਾਦ ਤੁਹਾਡਾ ਜੀ। ਤੇ ਆਪਾਂ ਮਿਲਦੇ ਹਾਂ ਕੱਲ ਦੇ ਪ੍ਰੋਗਰਾਮ 'ਚ। ਅੱਜ ਆਪਾਂ ਨੂੰ ਸਮਾਂ ਉਹਨਾਂ ਕੁ ਮਿਲਿਆ, ਉਹਦੇ ਮੁਤਾਬਕ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਸੀ ਕਿ ਪੂਰਾ ਨਹੀਂ ਸਮਾਂ ਦੇ ਸਕੇ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਮਿਹਰਬਾਨੀ, ਸ਼ੁਕਰੀਆ।